दोस्तों स्वागत है ਤੁਹਾਡਾ नोटबुक पोलिटिकल साइंस क्लास +2 12th। इस ਦੇ ਵਿੱਚ ਅਸੀਂ ਇੰਪੋਰਟੈਂਟ ਕੁਐਸਚਨਸ ਨੂੰ ਕਵਰ ਕਰਾਂਗੇ ਅੱਜ। ਤੇ ਇਸ ਨੋਟਬੁੱਕ ਨੂੰ ਤਿਆਰ ਕੀਤਾ ਹੈ ਬਲਜੀਤ ਸਿੰਘ ਜੀ ਨੇ, ਜਿਹੜੇ ਡਿਸਟ੍ਰਿਕਟ ਇੰਚਾਰਜ ਨੇ ਪੋਲੀਟੀਕਲ ਸਾਇੰਸ ਦੇ ਲੁਧਿਆਣਾ ਜ਼ਿਲ੍ਹੇ ਦੇ, ਅਤੇ ਗੌਰਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗਾਲਿਬ ਕਲਾਂ ਵਿੱਚ ਇਹ ਪੜ੍ਹਾਉਂਦੇ ਨੇ, ਅਤੇ ਇਹਨਾਂ ਦਾ ਨੰਬਰ ਵੀ ਇੱਥੇ ਦਰਜ ਹੈ। ਅਸੀਂ ਸ਼ੁਕਰਗੁਜ਼ਾਰ ਹਾਂ ਇਹਨਾਂ ਦੇ ਕਿ ਇਹਨਾਂ ਨੇ ਨੋਟਬੁੱਕ ਤਿਆਰ ਕੀਤਾ ਹੈ। ਅਸੀਂ ਇਸ ਚੈਪਟਰ ਦੇ ਵਿੱਚ ਅਸੀਂ ਇੰਪੋਰਟੈਂਟ ਕੁਐਸਚਨ ਕਰਾਂਗੇ ਤੁਹਾਡੇ ਸੈਪਟੰਬਰ ਦੇ ਐਗਜ਼ਾਮ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ। ਤੁਹਾਡਾ ਜਿਹੜਾ ਸੈਪਟੰਬਰ ਟੈਸਟ ਹੈ ਚਲੋ ਅੱਗੇ ਪਹਿਲੇ ਮੈਂ ਪੇਪਰ ਦੇ ਸਟਾਈਲ ਬਾਰੇ ਥੋੜ੍ਹਾ ਜਿਹਾ ਗੱਲ ਕਰ ਦੇਵਾਂ ਤੁਹਾਡੇ ਨਾਲ। ਟੋਟਲ 40 ਕੁਐਸਚਨ ਪੁੱਛੇ ਜਾਣੇ, 40 ਕੁਐਸਚਨਸ, ਔਰ ਇਸ 40 ਕੁਐਸਚਨਸ ਇਹ ਸਾਰੇ ਕੁਐਸਚਨਸ MCQ ਬੇਸਡ ਹੋਣਗੇ, MCQs ਆਉਣਗੇ। ਔਰ ਇਹ ਕਿਵੇਂ ਹੋਣਗੇ? 40 ਕੁਐਸਚਨਸ ਹੋਣਗੇ, ਪਰ ਜਿਹੜਾ ਕੁਐਸਚਨ ਪੁੱਛਣ ਦਾ ਸਟਾਈਲ ਹੈ ਉਹਦੇ ਵਿੱਚ ਫਰਕ ਆ ਗਿਆ ਹੈ। ਇਹ 20 ਕੁਐਸਚਨ ਪੁੱਛੇ ਜਾਣਗੇ ਤੁਹਾਨੂੰ ਨੌਲੇਜ ਬੇਸਡ, 10 ਪੁੱਛੇ ਜਾਣਗੇ ਤੁਹਾਨੂੰ ਅੰਡਰਸਟੈਂਡਿੰਗ ਬੇਸਡ, ਅਤੇ 10 ਪੁੱਛੇ ਜਾਣਗੇ ਤੁਹਾਨੂੰ ਐਪਲੀਕੇਸ਼ਨ ਬੇਸਡ। ਨੌਲੇਜ ਬੇਸਡ ਕੁਐਸਚਨ ਜਿਹੜੇ ਹੁੰਦੇ ਨੇ ਇਹ ਡਾਇਰੈਕਟ ਕੁਐਸਚਨਸ ਹੁੰਦੇ ਨੇ, ਜਦ ਕਿ ਅੰਡਰਸਟੈਂਡਿੰਗ ਬੇਸਡ ਚੈਪਟਰ ਦੇ ਸਮਝ ਦੇ ਅਕੋਰਡਿੰਗ ਹੁੰਦਾ ਹੈ, ਔਰ ਐਪਲੀਕੇਸ਼ਨ ਬੇਸਡ ਜਿਹੜਾ ਤੁਸੀਂ ਪੜ੍ਹਿਆ ਉਸਨੂੰ ਕਿਸ ਸਿਚੁਏਸ਼ਨ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਉਸਨੂੰ ਅਪਲਾਈ ਕਰ ਸਕਦੇ ਹੋ, ਇਸ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਪੁੱਛੇ ਜਾਣੇ। ਅਤੇ ਇਹ ਬੇਸਿਕਲੀ ਧਿਆਨ ਦੇ ਵਿੱਚ ਰੱਖਿਆ ਗਿਆ ਹੈ ਮਿਸ਼ਨ 100% ਨੂੰ, ਕਿ ਤੁਹਾਡੇ ਸਾਰਿਆਂ ਦੇ 100% ਨੰਬਰ ਆਉਣ। ਔਰ ਆਪਣਾ ਵਿਸ਼ਾ ਹੈ ਪੋਲੀਟੀਕਲ ਸਾਇੰਸ, ਜਮਾਤ 12ਵੀਂ। ਕਿਉਂਕਿ MCQs ਆਉਣਗੇ ਅਤੇ ਕੁਐਸਚਨ ਵੀ ਮੈਂ ਉਸੇ ਹਿਸਾਬ ਨਾਲ ਹੀ ਇਸ ਦੇ ਵਿੱਚੋਂ ਸਿਲੈਕਟ ਕਰਕੇ ਤੁਹਾਨੂੰ ਜੋ ਵੀ ਸਿਲੇਬਸ ਹੈ ਤੁਹਾਡਾ ਉਹਦੇ ਵਿੱਚੋਂ ਕਵਰ ਕਰਾਂਗਾ। ਸਾਰੇ ਕੁਐਸਚਨਸ ਨਹੀਂ ਕਵਰ ਕਰਾਂਗਾ। ਇਸ ਦਾ PDF ਤੁਹਾਨੂੰ ਸ਼ੇਅਰ ਕਰ ਦਿੱਤਾ ਗਿਆ ਹੈ, ਜੇ ਤੁਸੀਂ ਚਾਹੋਗੇ ਤਾਂ ਫਿਰ ਇਸ ਨੂੰ ਦੁਬਾਰਾ ਤੋਂ ਸ਼ੇਅਰ ਕਰ ਦਿਆਂਗੇ। ਇਸ ਲਈ ਕਮੈਂਟ ਕਰਕੇ ਜ਼ਰੂਰ ਦੱਸਣਾ, ਅਤੇ ਦੂਸਰੇ ਨਾਲ ਸ਼ੇਅਰ ਵੀ ਜ਼ਰੂਰ ਕਰਨਾ ਇਸ ਲੈਕਚਰ ਨੂੰ। ਸ਼ੁਰੂ ਕਰਦੇ ਹਾਂ ਪਹਿਲੇ ਚੈਪਟਰ ਤੋਂ। ਪਹਿਲਾ ਚੈਪਟਰ ਆਪਣਾ ਰਾਜਨੀਤੀ ਪ੍ਰਣਾਲੀ, ਅਰਥ ਅਤੇ ਵਿਸ਼ੇਸ਼ਤਾਵਾਂ। 1 ਨੰਬਰ ਵਾਲੇ ਪ੍ਰਸ਼ਨ ਹੈਗੇ, ਰਾਜਨੀਤੀ ਪ੍ਰਣਾਲੀ ਦੇ ਕਿੰਨੇ ਤਰ੍ਹਾਂ ਦੇ ਕਾਰਜ ਹੁੰਦੇ ਆ? ਅਤੇ 2 ਤਰ੍ਹਾਂ ਦੇ ਕਾਰਜ ਹੁੰਦੇ ਨੇ, ਨਿਵੇਸ਼ ਕਾਰਜ ਅਤੇ ਨਿਕਾਸ ਕਾਰਜ। ਰਾਜਨੀਤੀ ਪ੍ਰਣਾਲੀ ਦਾ ਕੋਈ ਇੱਕ ਨਿਵੇਸ਼ ਕਾਰਜ ਦੱਸੋ। ਅਤੇ ਹਿੱਤ ਸਮੂਹੀਕਰਨ, ਜਿਵੇਂ ਤੁਹਾਨੂੰ ਪਤਾ ਹੈ ਨਿਵੇਸ਼ ਕਾਰਜ ਹੈ, ਹਿੱਤ ਸਮੂਹੀਕਰਨ, ਹਿੱਤ ਸਪਸ਼ਟੀਕਰਨ। ਅੱਗੇ ਰਾਜਨੀਤੀ ਪ੍ਰਣਾਲੀ ਦਾ ਕੋਈ ਇੱਕ ਨਿਕਾਸ ਕਾਰਜ ਲਿਖੋ। ਨਿਯਮ ਨਿਰਮਾਣ ਕਰਨਾ, ਨਿਯਮ ਨਿਰਮਾਣ ਕਰਨਾ, ਨਿਯਮ ਲਾਗੂ ਕਰਨਾ, ਨਿਯਮ ਦੇ ਹਿਸਾਬ ਨਾਲ ਫੈਸਲੇ ਕਰਨਾ, ਇਹ ਸਾਰੇ ਨਿਕਾਸ ਕਾਰਜ ਹੈਗੇ। ਨਿਯਮ ਲਾਗੂ ਕਰਨਾ ਨਿਵੇਸ਼ ਕਾਰਜ ਗਲਤ ਹੈ ਜਾਂ ਠੀਕ ਹੈ? ਨਿਯਮ ਲਾਗੂ ਕਰਨਾ ਨਿਕਾਸ ਕਾਰਜ ਹੈ, ਨਿਵੇਸ਼ ਕਾਰਜ ਨਹੀਂ। ਹਿੱਤ ਸਪਸ਼ਟੀਕਰਨ ਨਿਵੇਸ਼ ਕਾਰਜ ਹੈ, ਇਹ ਸਹੀ ਹੈ ਅਤੇ ਇਹ ਗਲਤ ਹੈ। ਅੱਗੇ ਚੱਲਦੇ ਹਾਂ। ਰਾਜਨੀਤੀ ਪ੍ਰਣਾਲੀ ਵਿੱਚ ਨਿਵੇਸ਼ਾਂ ਨੂੰ ਨਿਕਾਸਾਂ ਵਿੱਚ ਬਦਲਿਆ ਜਾਂਦਾ ਹੈ, ਬਿਲਕੁਲ ਸਹੀ ਹੈ। ਰਾਜਨੀਤੀ ਪ੍ਰਣਾਲੀ ਨਿਰੰਤਰ ਪ੍ਰਕਿਰਿਆ ਹੈ, ਇਹ ਵੀ ਠੀਕ ਹੈ। ਜਿਹੜਾ ਫੀਡਬੈਕ ਲੂਪ ਰਿਪਰੈਜ਼ੈਂਟ ਕਰਦਾ ਹੈ, ਇੱਥੋਂ ਇਨਪੁਟ ਗਿਆ, ਇੱਥੋਂ ਆਊਟਪੁੱਟ ਆਇਆ, ਪਰ ਸਾਰੀ ਚੀਜ਼ ਆਊਟਪੁੱਟ ਨਹੀਂ ਆਉਂਦੀ, ਅਤੇ ਇੱਕ ਫੀਡਬੈਕ ਲੂਪ ਪ੍ਰਕਿਰਿਆ ਚੱਲਦਾ ਰਹਿੰਦਾ ਹੈ, ਅਤੇ ਇਹ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ। ਕਿਉਂਕਿ ਕਿਸੇ ਵੀ ਪ੍ਰਣਾਲੀ ਕੋਲ ਸਾਰੇ ਰਿਸੋਰਸਿਸ ਨਹੀਂ ਹੁੰਦੇ ਸਾਰੀ ਡਿਮਾਂਡ ਨੂੰ ਪੂਰਾ ਕਰਨ ਲਈ। ਅੱਗੇ ਹੈ ਰਾਜਨੀਤੀ ਪ੍ਰਣਾਲੀ ਦਾ ਨਿਕਾਸ ਕਾਰਜ ਨਹੀਂ ਹੈ। ਇਹਨਾਂ ਵਿੱਚੋਂ ਕਿਹੜਾ ਨਿਕਾਸ ਕਾਰਜ ਨਹੀਂ ਹੈ? ਨਿਯਮ ਨਿਰਮਾਣ ਕਾਰਜ ਨਿਕਾਸ ਕਾਰਜ ਹੈ, ਨਿਯਮ ਲਾਗੂ ਕਰਨਾ ਨਿਕਾਸ ਕਾਰਜ ਹੈ, ਨਿਯਮ ਨਿਪਟਾਰਾ ਕਰਨਾ ਇਹ ਵੀ ਨਿਕਾਸ ਕਾਰਜ ਹੈ। ਹਿੱਤ ਸਮੂਹੀਕਰਨ ਇਹ ਨਿਵੇਸ਼ ਕਾਰਜ ਹੈ, ਇਸ ਲਈ ਸਾਡਾ ਆਨਸਰ ਇਹ ਹੋਏਗਾ। ਇਹ ਨਹੀਂ ਹੈ ਅਤੇ ਇਹੀ ਸਾਡਾ ਆਨਸਰ ਹੋਏਗਾ। ਅੱਗੇ ਚੱਲਦੇ ਹਾਂ। ਰਾਜਨੀਤੀ ਪ੍ਰਣਾਲੀ ਦੀ ਵਿਸ਼ੇਸ਼ਤਾ ਸਰਵ ਵਿਆਪਕਤਾ ਹੈ, ਠੀਕ ਹੈ। ਰਾਜਨੀਤੀ ਪ੍ਰਣਾਲੀ ਹਰ ਜਗ੍ਹਾ ਪਾਇਆ ਜਾਂਦਾ ਹੈ। ਪ੍ਰਾਚੀਨ ਤੋਂ ਪ੍ਰਾਚੀਨ ਸੱਭਿਅਤਾ 'ਚ ਵੀ ਰਾਜਨੀਤੀ ਪ੍ਰਣਾਲੀ ਸੀ, ਕੁਛ ਨਾ ਕੁਛ ਸਿਸਟਮ ਸੀਗਾ, ਅਤੇ ਅੱਜ ਆਧੁਨਿਕ ਸਮਾਜ ਦੇ ਵਿੱਚ ਵੀ ਪ੍ਰਣਾਲੀ ਫੁੱਲ ਫਲੈਜ ਹੈ। ਅਗਲਾ ਪ੍ਰਸ਼ਨ ਹੈ
ਰਾਜ ਦੀ ਪ੍ਰਣਾਲੀ ਅਤੇ ਰਾਜ ਵਿਚਕਾਰ ਕੋਈ ਅੰਤਰ ਨਹੀਂ ਹੁੰਦਾ, ਗਲਤ ਹੈ। ਦੋਨਾਂ ਵਿੱਚ ਅੰਤਰ ਹੈ। ਰਾਜ ਦੇ ਆਪਣੇ ਜ਼ਰੂਰੀ ਤੱਤ ਹੈਗੇ ਅਤੇ ਰਾਜ ਦੀ ਪ੍ਰਣਾਲੀ ਦੇ ਆਪਣੇ ਜ਼ਰੂਰੀ ਤੱਤ ਹੈਗੇ। ਰਾਜ ਦੀ ਪ੍ਰਣਾਲੀ ਦੀ ਧਾਰਨਾ ਨੂੰ ਹਰਮਨ ਪਿਆਰਾ ਬਣਾਉਣ ਵਾਲਾ ਵਿਦਵਾਨ ਕੌਣ ਸੀ? ਅਤੇ ਇਹ ਡੇਵਿਡ ਈਸਟਨ ਸੀ। ਉਹਨਾਂ ਨੇ 1953 ਦੇ ਵਿੱਚ ਆਪਣੀ ਪੁਸਤਕ ਲਿਖੀ ਦ ਪੋਲੀਟੀਕਲ ਸਿਸਟਮ, ਔਰ ਪਹਿਲੀ ਵਾਰੀ ਦ ਪੋਲੀਟੀਕਲ ਸਿਸਟਮ ਟਰਮ ਦਾ ਵੀ ਇਸਤੇਮਾਲ ਇਹਨਾਂ ਨੇ ਹੀ ਕੀਤਾ। ਅੱਗੇ ਚੱਲਦੇ ਹਾਂ। ਸ਼ਾਸਨ ਦੀ ਪ੍ਰਕਿਰਿਆ ਕਿਤਾਬ ਦਾ ਲੇਖਕ ਕੌਣ ਸੀ? ਸ਼ਾਸਨ ਦੀ ਪ੍ਰਕਿਰਿਆ, ਦ ਪ੍ਰੋਸੈਸ ਆਫ ਗਵਰਨਮੈਂਟ ਜਾਂ राइट। तो रॉबर्ट एडाहल नहीं है, डेविड ईस्टन भी नहीं है, आर्थर बेंटले है, ब्लैंचली भी नहीं है, आर्थर बेंटले है। राजनीतिक प्रणाली मनुखी संबंध का स्थाई नमूना है, ये कथन किसका है? मनुखी संबंध का स्थाई नमूना, ये रॉबर्ट एडाहल का कथन है। ਅੱਗੇ ਚੱਲਦੇ ਰਾਜ ਅਤੇ ਰਾਜ ਦੀ ਪ੍ਰਣਾਲੀ ਵਿੱਚ ਕੀ ਅੰਤਰ ਹੁੰਦਾ ਹੈ? ਰਾਜ ਦੇ 4 ਜ਼ਰੂਰੀ ਤੱਤ ਹਨ, ਜਦਕਿ ਰਾਜ ਦੀ ਪ੍ਰਣਾਲੀ ਵਿੱਚ ਅਨੇਕਾਂ ਤੱਤ ਹੁੰਦੇ ਹਨ। ਨੰਬਰ 1। ਨੰਬਰ 2, ਰਾਜ ਦੀ ਪ੍ਰਣਾਲੀ ਦਾ ਖੇਤਰ ਰਾਜ ਦੇ ਖੇਤਰ ਤੋਂ ਜ਼ਿਆਦਾ ਵਿਆਪਕ ਹੈ। ਉਸ ਤੋਂ ਬਾਅਦ ਰਾਜ ਸਥਾਈ ਹੈ, ਜਦਕਿ ਰਾਜ ਦੀ ਪ੍ਰਣਾਲੀ ਪਰਿਵਰਤਨਸ਼ੀਲ ਹੈ। ਔਰ ਉਪਰੋਕਤ ਸਾਰੇ ਤੇ ਇਹਦੇ ਤੇ ਸਾਰੇ ਹੀ ਅਪਲਾਈ ਹੁੰਦੇ ਤੇ ਇਹ ਸਾਰੇ। ਅਗਲਾ ਪ੍ਰਸ਼ਨ ਹੈ, ਰਾਜ ਦੀ ਪ੍ਰਣਾਲੀ ਨਿਵੇਸ਼ਨ ਨੂੰ ਡੈਸ਼ ਵਿੱਚ ਬਦਲਦੀ ਹੈ, ਨਿਵੇਸ਼ਨ ਨੂੰ ਨਿਕਾਸਾਂ ਵਿੱਚ ਬਦਲਦੀ ਹੈ। ਇੱਥੇ ਨਿਕਾਸ ਆ ਜਾਏਗਾ। ਇਹ ਸੀ ਰਾਜ ਦੀ ਪ੍ਰਣਾਲੀ ਤੋਂ ਕੁਐਸਚਨ। ਹੁਣ ਕੁਝ ਕੁਐਸਚਨ ਕਰਦੇ ਹਾਂ ਉਦਾਰਵਾਦ ਤੋਂ। ਜਿਵੇਂ ਕਿ ਤੁਹਾਨੂੰ ਪਤਾ ਆਪਣੇ ਸਿਲੇਬਸ 'ਚ ਉਦਾਰਵਾਦ ਹੈ, ਮਾਰਕਸਵਾਦ ਹੈ, ਗਾਂਧੀਵਾਦ ਹੈ, ਪੰਚਾਇਤੀ ਰਾਜ ਵੀ ਹੈ, ਅਤੇ ਬਾਕੀ ਆਪਾਂ ਬੀ ਪਾਰਟ 'ਚ ਕਰਾਂਗੇ। ਪਹਿਲੇ ਇਹ ਪਾਰਟ ਵਾਲੇ ਸਾਰੇ ਪ੍ਰਸ਼ਨ ਕਰ ਲਈਏ। ਲਿਬਰਲਿਸਟ ਕਿਸ ਭਾਸ਼ਾ ਦਾ शब्द है? लिबरलिस्ट, तो लिबरलिस्ट लतीनी भाषा का शब्द है जिसका मतलब होता स्वतंत्र व्यक्ति। अगे उदारवाद का जन्मदाता किस विद्वान को कहा जाता है? तो जॉन लॉक ने। शासन उत्ते 2 निबंध पुस्तक का लेखक कौन है? तो ये जॉन लॉक हैं। हेठ लिखिया विचों किहड़ा परंपरावादी का सिद्धांत नहीं है? स्वतंत्र और खुला मुकाबला का समर्थन ये है परंपरावादी का सिद्धांत। राजनीतिक विकेंद्रीकरण भी है। कुदरती अधिकारों का सिद्धांत का खंडन ये नहीं है, इन्होंने कुदरती अधिकारों को सपोर्ट किया है। राजनीतिक स्वतंत्रता का समर्थन ये भी है। तो मतलब जोड़ा ये नहीं है 3 तो यही साडा आंसर है, कुदरती अधिकारों के सिद्धांत का खंडन। अगले प्रश्न चलते हैं। उदारवाद का जन्म लतीनी भाषा के शब्द लिबरलिस्ट तो होया, जिसका मतलब होंदा स्वतंत्र व्यक्ति। पुस्तक द स्पिरिट ऑफ लॉ का लेखक कौन है? द स्पिरिट ऑफ लॉ ते मोंटेस्क्यू हैं। परंपरावादियों अनुसार राज डैश संस्था है, राज बनावटी संस्था है। ये भी कहते हैं कि राज एक ज़रूरी बुराई है और एक कॉन्ट्रैक्ट नाल बनया बनावटी संस्था है। अगे है समकालीन उदारवाद अनुसार राज की है? समकाली राज ਨੂੰ एक कल्याणकारी संस्था मानते, वेलफेयर का काम देना चाहते हैं। इसमें कुदरती संस्था नहीं मानते, नैतिक संस्था नहीं, जरूरी बुराई नहीं। कितने नैतिक संस्था नाल ले भी आइए तो पर वो कल्याणकारी संस्था मानते हैं इसमें, क्योंकि चाहते कि वध तो वध जिहड़ा वेलफेयर का काम राज करे लोगों की। जॉन लॉक किस देश का नागरिक सी या किस देश का विद्वान सी? राजनीतिक विद्वान कित्थों का सी? तो इंग्लैंड के सन। समकाली उदारवाद की विशेषता है व्यक्ति की सर्वोच्च महानता। ये है व्यक्ति उद्देश हैं, व्यक्ति उद्देश हैं, राज के साधन, राज व्यक्ति की खुशियों को प्राप्त करने लिए साधन है। राज एक जरूरी बुराई है, ये भी है। तो उपरोक्त सारे आ जाएंगे। अगला प्रश्न है, परंपरावादी उदारवाद के मुख्य समर्थक विद्वान कौन सन? लॉक रूसो सन, मार्क्स लेनिन तो मार्क्सवाद के समर्थक सन, लास्की डेविड ईस्टन ये तो आधुनिक समर्थक सन, नेहरू गार्डन नेहरू ते गांधी
ਇਹ ਅਲੱਗ-ਅਲੱਗ ਵਿਚਾਰਾਂ ਦੇ ਸਮਰਥਨ। ਗਾਂਧੀ ਦਾ ਆਪਣਾ ਵਿਚਾਰ ਸੀ ਔਰ ਨਹਿਰੂ ਥੋੜ੍ਹੇ ਮਾਰਕਸਿਸਟ ਟਾਈਪ ਦੇ ਸੀਗੇ। ਅਤੇ ਆਪਣੇ ਕੋਲ ਹੈ ਪਰੰਪਰਾਵਾਦੀ ਲੌਕ ਰੂਸੋ, ਹੌਬਸ, ਲੌਕ ਰੂਸੋ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਦਾਰਵਾਦ ਦਾ ਸਿੱਧਾ ਸੰਬੰਧ ਸੁਤੰਤਰਤਾ ਨਾਲ ਹੈ। ਇਹ ਕਿਸ ਦਾ ਕਥਨ ਹੈ? ਇਹ ਲਾਸਕੀ ਦਾ ਕਥਨ ਹੈ, ਯਾਦ ਰੱਖਣਾ। ਇਸ ਨੂੰ ਐਜ਼ ਏ ਡੈਫੀਨੇਸ਼ਨ ਵੀ ਤੁਸੀਂ ਯੂਜ਼ ਕਰ ਸਕਦੇ ਹੋ ਉਦਾਰਵਾਦ ਦਾ। ਵੱਧ ਤੋਂ ਵੱਧ ਲੋਕਾਂ ਦੀ ਵੱਧ ਤੋਂ ਵੱਧ ਖੁਸ਼ੀ ਦੇ ਵਿਚਾਰ ਦੇ ਸਮਰਥਕ ਕੌਣ ਸਨ? ਬੈਂਥਮ ਸਨ। ਬੈਂਥਮ, ਜਰਮੀ ਬੈਂਥਮ। ਠੀਕ ਹੈ। ਮੈਕਸਿਮਮ ਹੈਪੀਨੈਸ ਆਫ ਮੈਕਸਿਮਮ ਪੀਪਲ। ਅਗਲਾ ਪ੍ਰਸ਼ਨ ਹੈ ਉਦਾਰਵਾਦ ਦੇ ਰੂਪ ਲਿਖੋ। ਤਾਂ ਉਦਾਰਵਾਦ ਦੇ 3 ਰੂਪ ਹਨ: ਪਰੰਪਰਾਵਾਦੀ ਉਦਾਰਵਾਦ, ਸਮਕਾਲੀਨ ਉਦਾਰਵਾਦ ਅਤੇ ਨਵ ਉਦਾਰਵਾਦ। ਇਹ 3 ਰੂਪ ਹਨ, 3 ਟਾਈਪਸ ਹਨ। Classical liberalism it is known as in English, and modern liberalism या contemporary liberalism and neoliberalism। अगले प्रश्न तो चलते हैं। समकालीन उदारवाद के समर्थक विद्वानों के नाम लिखो। समकालीन तो GDH कोल है, कार्लाइल है, मैकाइवर है, तो उपरोक्त सारे ये सारे ही ने। अगला चैप्टर अपना मार्क्सवाद। ਹੇਠ ਲਿਖਿਆਂ ਵਿੱਚੋਂ ਵਿਗਿਆਨਿਕ ਸਮਾਜਵਾਦ ਦਾ ਪਿਤਾ ਕਿਸ ਨੂੰ ਮੰਨਿਆ ਜਾਂਦਾ ਹੈ? ਅਤੇ ਕਾਰਲ ਮਾਰਕਸ ਨੂੰ ਸਾਰਿਆਂ ਨੂੰ ਪਤਾ ਹੈ। ਕਾਰਲ ਮਾਰਕਸ ਦਾ ਜਨਮ 5 ਮਈ 1818 'ਚ ਹੋਇਆ ਸੀਗਾ। ਠੀਕ ਹੈ। ਦਾਸ ਕੈਪੀਟਲ ਕਿਤਾਬ ਦਾ ਲੇਖਕ ਕੌਣ ਸੀ? ਦਾਸ ਕੈਪੀਟਲ, ਇਹ ਆਪਣਾ ਕਾਰਲ ਮਾਰਕਸ ਸੀ। ਹੇਠ ਲਿਖਿਆਂ ਵਿੱਚੋਂ ਕਿਹੜੇ ਮਾਰਕਸਵਾਦੀ ਸਿਧਾਂਤ ਨਹੀਂ ਹੈ? ਭੌਤਿਕ ਦਵੰਦਵਾਦ, ਇਹ ਹੈ। ਰਾਜ ਰਹਿਤ ਵਰਗ ਰਹਿਤ ਸਮਾਜ ਦੀ ਸਪਨਾ, ਇਹ ਵੀ ਹੈ। ਵਾਧੂ ਮੁੱਲ ਦਾ ਸਿਧਾਂਤ, ਇਹ ਵੀ ਹੈ। ਠੀਕ ਹੈ। ਇਹ 3 ਹਨ, ਤਿੰਨੋਂ ਹਨ। ਇਹਦਾ ਮਤਲਬ ਕਿ ਨਿੱਜੀ ਖੇਤਰ ਦੀ ਸੁਤੰਤਰਤਾ, ਇਹ ਸਾਡਾ ਆਨਸਰ ਹੈ, ਇਹ ਨਹੀਂ ਹੈ। ਚਲੋ ਅਗਲੇ ਪ੍ਰਸ਼ਨ 'ਤੇ ਚੱਲਦੇ ਹਾਂ। ਹੇਠ ਲਿਖਿਆਂ ਵਿੱਚੋਂ ਕਿਹੜਾ ਮਾਰਕਸਵਾਦੀ ਸਿਧਾਂਤ ਹੈ? ਸੰਵਿਧਾਨਕ ਵਿਧੀਆਂ 'ਚ ਵਿਸ਼ਵਾਸ ਨਹੀਂ, ਉਹ ਤਾਂ ਰੈਵੋਲੂਸ਼ਨ 'ਚ ਵਿਸ਼ਵਾਸ ਰੱਖਦੇ। ਇੱਕ ਪਾਰਟੀ ਸ਼ਾਸਨ, ਯੈਸ। ਰਾਜ ਕੁਦਰਤੀ ਸੰਸਥਾ ਹੈ, ਨੋ। ਪੂੰਜੀਵਾਦ ਦਾ ਪ੍ਰਸਾਰ, ਨੋ। ਇਹਦਾ ਮਤਲਬ ਸਾਡਾ ਆਨਸਰ ਹੈ ਇੱਕ ਪਾਰਟੀ ਦੇ ਸ਼ਾਸਨ 'ਚ ਵਿਸ਼ਵਾਸ ਸੀ। ਕਾਰਲ ਮਾਰਕਸ ਕਿੱਥੋਂ ਦੇ ਰਹਿਣ ਵਾਲੇ ਸਨ? ਅਤੇ ਕਾਰਲ ਮਾਰਕਸ ਜਰਮਨੀ ਦੇ ਰਹਿਣ ਵਾਲੇ ਸਨ। ਚਲੋ ਅਗਲੇ ਕੁਐਸਚਨ 'ਤੇ ਵਧਦੇ ਹਾਂ। ਰਾਜ ਇੱਕ ਅਜਿਹਾ ਯੰਤਰ ਹੈ ਜਿਸ ਦੀ ਸਹਾਇਤਾ ਨਾਲ ਇੱਕ ਵਰਗ ਦੂਜੇ ਵਰਗ ਦਾ ਸ਼ੋਸ਼ਣ ਕਰਦਾ ਹੈ। ਇਹ ਕਥਨ ਕਿਸ ਦਾ? ਕਾਰਲ ਮਾਰਕਸ ਦਾ ਕਥਨ ਹੈ। ਕਾਰਲ ਮਾਰਕਸ ਨੇ ਭੌਤਿਕ ਦਵੰਦਵਾਦ ਦਾ ਸਿਧਾਂਤ ਕਿਸ ਵਿਦਵਾਨ ਤੋਂ ਲਿਆ? ਅਤੇ ਹੀਗਲ, ਜਰਮਨ ਦੇ ਵਿਦਵਾਨ ਸਨ ਹੀਗਲ, ਆਈਡੀਅਲਿਸਟ ਸਨ ਬੇਸਿਕਲੀ, ਅਤੇ ਉਹਨਾਂ ਤੋਂ ਲਿਆ ਇਹਨਾਂ ਨੇ। ਅਗਲਾ ਪ੍ਰਸ਼ਨ ਹੈ ਮਾਰਕਸ ਅਨੁਸਾਰ ਮਜ਼ਦੂਰਾਂ ਦੀ ਤਾਨਾਸ਼ਾਹੀ ਇੱਕ ਸਥਾਈ ਵਿਵਸਥਾ। ਸਥਾਈ ਮਤਲਬ ਪਰਮਾਨੈਂਟ। ਮਾਰਕਸ ਇਸ ਗੱਲ ਨੂੰ ਗਲਤ ਮੰਨਦੇ ਸਨ। ਉਹ ਕਹਿੰਦੇ ਸਨ ਕਿ ਮਾਰਕਸ ਅਨੁਸਾਰ ਮਜ਼ਦੂਰਾਂ ਦੀ ਤਾਨਾਸ਼ਾਹੀ ਇੱਕ ਇੰਪਰਮਾਨੈਂਟ ਹੈ, मतलब थोड़े समय लिए आएगा ਜਦੋਂ तक करके स्टेटलैस राज रहित सोसाइटी नहीं हो जाएगी। मजदूरों की तानाशाही उदों तक रहेगी ਜਦੋਂ तक करके सारे जड़ा है लोग बराबर ना हो जान, कैपिटलिस्टिक सोसाइटी खत्म ना हो जाए उदों तक। मार्क्स अनुसार राज एक बुराई है, सही है। मार्क्स राज में एक बुराई मानते सन, इसलिए राज रहित समाज की स्थापना की गल की है उन्होंने। अगला चैप्टर अपना महात्मा गांधी के राजनीतिक विचार। गांधी जी के राजनीतिक गुरु कौन से? तो गोपाल कृष्ण गोखले। उन्होंने सदे ते वो उन्होंने कांग्रेस मीटिंग ज्वाइन की सी। उस तो बाद उन्होंने कहने ते ही उन्होंने पूरे भारत का भ्रमण भी किया। भ्रमण मतलब घूमे पूरे भारत के। महात्मा गांधी जी की आत्मकथा किहड़ी है? माई एक्सपैरीमेंट विद ट्रुथ। माई एक्सपैरीमेंट विद ट्रुथ, मेरे सच नाल तजर्बे। सत्याग्रह दी 2 विधियां लिखो। वर्त है, अहिंसा है, हड़ताल है, और नाफरमानी भी है, सिविल नाफरमानी भी आ जाती है, हिजरत भी आ जाता है। ये सारे पॉइंट्स है। गांधी जी को राष्ट्रपिता का दर्जा किस द्वारा दिता गया? तो सुभाष चंद्र बोस जी ने। गांधी जी राज को घट तो घट कारज दिते जाने के हक में सन, बिल्कुल सही है। वो विकेंद्रीकरण चाहते सन, हर पिंड को अपने आप दे विच स्वतंत्र रिपब्लिक बनाना चाहते सन।
अगला प्रश्न है गांधी जी के अनुसार सत्याग्रह तो की भाव है। उत्तर है सत्याग्रह तो भाव है सच ते डटे रहना। सत्याग्रह शब्द दो शब्द तो मिलकर बनया, सत्य यानी कि सच्चाई, आग्रह मतलब उसके लिए बेनती करना, रिक्वेस्ट करना, बार बार करना। आग्रह करना होंगे बार बार जो आप रिक्वेस्ट और बेनती करते हैं। सत्याग्रह का मतलब होंगे सच ते दे लिए आग्रह करी जाना, बार बार करी जाना, उत्ते डटे रहना। स्वतंत्रता अंदोलन 1919 तो 1947 तक ਦੇ ਸਮਾਂ ਨੂੰ ਕਾਲ ਨੂੰ ਗਾਂਧੀ ਕਾਲ ਕਿਹਾ ਜਾਂਦਾ ਹੈ। ਜੇ ਇਹ 1918 ਤੋਂ 1948 ਵੀ ਆਉਂਦਾ ਹੈ ਤਾਂ ਵੀ ਇਹੀ ਹੋਏਗਾ, ਗਾਂਧੀ ਕਾਲ ਹੀ ਹੋਏਗਾ, ਯਾਦ ਰੱਖਿਓ। ਗਾਂਧੀ ਜੀ ਅਨੁਸਾਰ ਸੱਤਿਆਗ੍ਰਹਿ ਲਈ ਦੋ ਜ਼ਰੂਰੀ ਸ਼ਰਤਾਂ ਹਨ। ਨੰਬਰ 1 ਗੁੱਸੇ ਦੀ ਭਾਵਨਾ ਦਾ ਨਾ ਹੋਣਾ, ਨੰਬਰ 2 ਨਸ਼ੇ ਦੀ ਵਰਤੋਂ ਨਾ ਕਰਨਾ। ਗਾਂਧੀ ਜੀ ਨੂੰ ਮਹਾਤਮਾ ਦਾ ਖਿਤਾਬ ਕਿਸਨੇ ਦਿੱਤਾ ਸੀ? ਤੇ ਗੁਰੂਦੇਵ ਰਵਿੰਦਰਨਾਥ ਟੈਗੋਰ ਜੀ ਨੇ, ਜਿਨ੍ਹਾਂ ਨੇ ਜਨ ਗਣ ਸਾਡਾ ਰਾਸ਼ਟਰੀ ਗਾਨ ਲਿਖਿਆ। ਗਾਂਧੀ ਜੀ ਅਨੁਸਾਰ ਸੱਤਿਆਗ੍ਰਹਿ ਦੇ ਸਰੂਪ ਹਨ ਗੱਲਬਾਤ, ਆਤਮ ਪੀੜਾ, ਅਸਹਿਯੋਗ, ਸਾਰੇ ਤੇ ਸਾਰੇ ਆ ਜਾਣਗੇ। ਗਰੀਬ ਪੇਂਡੂਆਂ ਦੇ ਉત્ਥਾਨ ਲਈ ਗਾਂਧੀ ਜੀ ਨੇ ਕਿਹੜਾ ਵਿਚਾਰ ਦਿੱਤਾ ਸੀ? ਇਹ ਅਣਉਦੇ, ਗਰੀਬੀ ਦਾ ਖਾਤਮਾ, ਕੋਈ ਨਹੀਂ, ਸਰਵਉਦੇ ਦਾ ਖਾਤਮਾ ਦਿੱਤਾ ਸੀ ਉਹਨਾਂ ਨੇ ਕਿ ਸਭ ਦਾ ਉਦੈ ਹੋਵੇ, ਸਭ ਦੀ ਤਰੱਕੀ ਹੋਵੇ। ਗਾਂਧੀ ਜੀ ਅਨੁਸਾਰ ਲੋਕਤੰਤਰ ਦੀ ਕੀ ਵਿਸ਼ੇਸ਼ਤਾ ਹੈ? ਤੇ ਗਾਂਧੀ ਚਾਹੁੰਦੇ ਵਿਕੇਂਦਰਿਤ ਲੋਕਤੰਤਰ ਹੋਵੇ, ਅਹਿੰਸਾਵਾਦੀ ਲੋਕਤੰਤਰ ਹੋਵੇ, ਜਨਤਾ ਦੇ ਕੋਲ ਪਾਵਰ ਹੋਵੇ, ਸ਼ਕਤੀ, ਅਸਲੀ ਸੱਤਾ ਦੇ ਮਾਲਕ ਹੋਣ ਜਨਤਾ, ਉਪਰੋਕਤ ਸਾਰੇ। ਤੇ ਉੱਤਰ ਆ ਜਾਏਗਾ ਉਪਰੋਕਤ ਸਾਰੇ, ਕਿਉਂਕਿ ਇਹ ਸਾਰੇ ਚੀਜ਼ ਗਾਂਧੀ ਜੀ ਦੇ ਵਿਚਾਰ ਤੋਂ ਸੰਬੰਧਿਤ ਹਨ। ਅਗਲਾ ਪ੍ਰਸ਼ਨ ਹੈ ਅਹਿੰਸਾ ਦੀ ਪਾਲਣਾ ਲਈ ਗਾਂਧੀ ਜੀ ਨੇ ਕਿਹੜੀਆਂ ਸ਼ਰਤਾਂ ਦੱਸੀਆਂ? ਨੰਬਰ 1 ਅੰਦਰੂਨੀ ਸ਼ੁੱਧਤਾ, ਬਿਲਕੁਲ ਸਹੀ ਹੈ। ਸੱਚਾਈ, ਬਿਲਕੁਲ ਸਹੀ ਹੈ। ਵਰਤ ਰੱਖਣਾ, ਇਹ ਵੀ ਸਹੀ ਹੈ। ਉਪਰੋਕਤ ਸਾਰੇ ਇਹ ਸਨ ਉਦਾਰਵਾਦ, ਗਾਂਧੀਵਾਦ, ਮਾਰਕਸਵਾਦ। ਇਹ ਜਿਹੜੇ ਔਰ ਪਿਛਲਾ ਇੱਕ ਜਿਹੜਾ ਚੈਪਟਰ ਕੀਤਾ ਆਪਾਂ ਪੋਲੀਟੀਕਲ ਸਿਸਟਮ ਦਾ, ਰਾਈਟ। ਹੁਣ ਜਿਹੜੇ ਹੋਰ ਚੈਪਟਰ ਆਉਣਗੇ, ਆਪਾਂ 4 ਚੈਪਟਰ ਕਵਰ ਕਰ ਲਏ ਪਾਰਟ ਏ 'ਚੋਂ। ਹੁਣ ਜਿਹੜਾ ਆਏਗਾ ਉਹ ਭਾਰਤੀ ਸੰਸਦੀ ਸ਼ਾਸਨ ਪ੍ਰਣਾਲੀ, ਅਰਥ ਵਿਸ਼ੇਸ਼ਤਾਵਾਂ, ਇਹ ਕਰਦੇ ਹਾਂ। ਇਸ ਤੋਂ ਬਾਅਦ ਇਹਦੇ ਨਾਲ ਸੰਬੰਧਿਤ ਹੋਰ ਜਿਹੜੇ ਚੈਪਟਰ ਹੈ ਇਸ ਟੈਸਟ 'ਚ ਆਉਣਗੇ ਉਹ ਵੀ ਕਰਦੇ ਹਾਂ ਆਪਾਂ। ਇਹ ਪਾਰਟ ਬੀ ਦੇ ਵਿੱਚ ਆ। ਭਾਰਤ ਵਿੱਚ ਨਾਮ ਮਾਤਰ ਕਾਰਜਪਾਲਿਕਾ ਕੌਣ ਹੈ? ਤੇ ਉੱਤਰ ਹੈ ਰਾਸ਼ਟਰਪਤੀ। ਊੜਾ ਆਨਸਰ ਪ੍ਰਧਾਨ ਮੰਤਰੀ ਵਾਸਤਵਿਕ ਹੈ। ਲੋਕ ਸਭਾ ਦਾ ਸਪੀਕਰ ਤੇ ਸਿਰਫ ਲੋਕ ਸਭਾ ਦਾ ਸਪੀਕਰ ਹੈ, ਔਰ ਉਪ ਰਾਸ਼ਟਰਪਤੀ ਤੇ ਰਾਜ ਸਭਾ ਦੇ ਸਪੀਕਰ ਹੁੰਦੇ ਨੇ, ਔਰ ਰਾਸ਼ਟਰਪਤੀ ਦੇ ਗੈਰ ਹਾਜ਼ਰੀ ਦੇ ਵਿੱਚ ਉਹ ਰਾਸ਼ਟਰਪਤੀ ਜੀ ਦਾ ਕੰਮ ਵੇਖਦੇ ਨੇ, ਤੇ ਇਸ ਲਈ ਔਰ ਪ੍ਰਧਾਨ ਮੰਤਰੀ ਤੇ ਵਾਸਤਵਿਕ ਕਾਰਜਪਾਲਿਕਾ ਨੇ। ਅੱਗੇ ਚਲਦੇ ਹਾਂ। ਭਾਰਤ ਵਿੱਚ ਅਸਲੀ ਕਾਰਜਪਾਲਿਕਾ ਦਾ ਮੁਖੀ ਕੌਣ ਹੈ? ਉਪ ਰਾਸ਼ਟਰਪਤੀ ਤੇ ਨਾਮ ਮਾਤਰ ਦੇ ਕਾਰਜਪਾਲਿਕਾ ਦੇ ਮੁਖੀ ਹਨ, ਫਿਰ ਇਹ ਨਹੀਂ ਹੋਏਗਾ। ਪ੍ਰਧਾਨ ਮੰਤਰੀ ਹਨ, ਇਹ ਵੀ ਨਹੀਂ ਹਨ, ਇਹ ਵੀ ਨਹੀਂ ਹਨ, ਜਿਹੜੇ ਕਿ ਮੈਂ ਪਹਿਲੇ ਪ੍ਰਸ਼ਨ 'ਚ ਦੱਸ ਚੁੱਕਾ। ਅੱਗੇ ਹੈ ਭਾਰਤ ਵਿੱਚ ਸਰਵਉੱਚ ਸ਼ਕਤੀ ਕਿਸ ਕੋਲ ਹੈ? ਰਾਸ਼ਟਰਪਤੀ ਲੋਕਾਂ ਦੁਆਰਾ ਚੁਣੇ ਜਾਂਦੇ ਨੇ, ਇੰਡਾਇਰੈਕਟਲੀ ਪ੍ਰਧਾਨ ਮੰਤਰੀ ਲੋਕਾਂ ਦੁਆਰਾ ਚੁਣੇ ਗਏ ਐਮਪੀਆਂ 'ਚ ਚੁਣੇ ਜਾਂਦੇ ਹਨ, ਤੇ ਇਹਨਾਂ ਕੋਲ ਨਹੀਂ ਹੈ। ਉਪ ਰਾਸ਼ਟਰਪਤੀ ਕੋਲ ਵੀ ਨਹੀਂ ਹੈ, ਤੇ ਰਹੇਗੀ ਜਨਤਾ, ਤੇ ਜਨਤਾ ਦੇ ਕੋਲ ਹੈ। ਅੱਗੇ ਹੈ ਸੰਸਦੀ ਪ੍ਰਣਾਲੀ ਵਿੱਚ ਪ੍ਰਧਾਨ ਮੰਤਰੀ ਦੀ ਸਿਫਾਰਿਸ਼ ਤੇ ਲੋਕ ਸਭਾ ਨੂੰ ਕੌਣ ਭੰਗ ਕਰਦਾ ਹੈ? ਤੇ ਪ੍ਰਧਾਨ ਮੰਤਰੀ ਦੀ ਸਿਫਾਰਿਸ਼, ਹਰ ਇੱਕ ਸਿਫਾਰਿਸ਼ ਨੂੰ ਮੰਨਣ ਲਈ ਪਾਬੰਦ ਹੈ ਰਾਸ਼ਟਰਪਤੀ, ਤੇ ਰਾਸ਼ਟਰਪਤੀ ਕੋਲ ਹੀ ਸ਼ਕਤੀ ਹੈ ਲੋਕ ਸਭਾ ਨੂੰ ਭੰਗ ਕਰਨ ਦੀ। ਉਹ ਵੀ ਉਦੋਂ ਜਦੋਂ ਪ੍ਰਧਾਨ ਮੰਤਰੀ ਕੋਲ ਮੈਜੋਰਿਟੀ ਪਾਵਰ ਹੈ। ਤਾਂ ਮੈਜੋਰਿਟੀ, ਜੇ ਮੈਜੋਰਿਟੀ ਨਹੀਂ ਹੈ ਤੇ ਰਾਸ਼ਟਰਪਤੀ ਉਹਨਾਂ ਦੀ ਸਲਾਹ ਮੰਨਣ ਲਈ ਪਾਬੰਦ ਨਹੀਂ ਹਨ। ਅਗਲਾ ਪ੍ਰਸ਼ਨ ਹੈ 2003 ਵਿੱਚ ਕੀਤੀ ਗਈ 91ਵੀਂ ਸੰਵਿਧਾਨਕ ਸੋਧ ਅਧੀਨ ਲੋਕ ਸਭਾ ਅਤੇ ਰਾਜ ਵਿਧਾਨ ਸਭਾ ਵਿੱਚ ਕੁੱਲ ਕਿੰਨੇ ਮੰਤਰੀ ਬਣਾਏ ਜਾ ਸਕਦੇ ਹਨ? 2003 ਦੇ ਵਿੱਚ 91ਵੀਂ ਸੋਧ ਹੋਈ, ਉਸ ਦੇ ਅਨੁਸਾਰ ਸਿਰਫ 15% ਤੋਂ ਵੱਧ ਮੰਤਰੀ ਨਹੀਂ ਬਣਾਏ ਜਾ ਸਕਦੇ। ਲੋਕ ਸਭਾ ਦੇ ਵਿੱਚ ਜਾਂ ਰਾਜ ਵਿਧਾਨ ਸਭਾ ਦੀਆਂ ਕੁੱਲ ਸੀਟਾਂ ਦਾ ਸਿਰਫ 15% ਹੀ ਮੰਤਰੀ ਬਣਾਏ ਜਾ ਸਕਦੇ। ਲੋਕ ਸਭਾ ਲਈ ਇਹ ਗਿਣਤੀ 82 ਆ ਜਾਂਦੀ ਹੈ, ਤੇ ਰਾਜ ਵਿਧਾਨ ਸਭਾ ਵਾਲੀ ਉੱਥੇ ਦੇ ਆਬਾਦੀ ਦੇ ਅਕੋਰਡਿੰਗ ਆਉਂਦੀ ਹੈ ਪਰਸੈਂਟੇਜ।
91 शोध अधीन केंद्रीय मंत्रिमंडल ਵਿੱਚ ਵੱਧ ਤੋਂ ਵੱਧ ਕਿੰਨੇ ਮੰਤਰੀ ਹੋ ਸਕਦੇ ਹਨ? ਤੇ 82, ਜਿਵੇਂ ਮੈਂ ਤੁਹਾਨੂੰ ਦੱਸਿਆ। ਹੁਣ ਤੱਕ ਲੋਕ ਸਭਾ ਦੀਆਂ ਕਿੰਨੀਆਂ ਵਾਰ ਚੋਣਾਂ ਹੋ ਗਈਆਂ ਹਨ? 17 ਵਾਰ। ਜਿਹੜੀ 2019 ਚ ਹੋਈ ਸੀ ਉਹ 17ਵੀਂ ਲੋਕ ਸਭਾ ਇਲੈਕਸ਼ਨ ਸੀ। ਅਗਲਾ ਪ੍ਰਸ਼ਨ ਹੈ, ਭਾਰਤ ਵਿੱਚ ਕਿਸ ਤਰ੍ਹਾਂ ਦੀ ਸ਼ਾਸਨ ਪ੍ਰਣਾਲੀ ਪਾਈ ਜਾਂਦੀ ਹੈ? ਤੇ ਭਾਰਤ ਦੇ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਪਾਈ ਜਾਂਦੀ ਹੈ। ਅਗਲਾ ਪ੍ਰਸ਼ਨ ਹੈ, ਭਾਰਤ ਨੇ ਸੰਸਦੀ ਸ਼ਾਸਨ ਪ੍ਰਣਾਲੀ ਕਿਸ ਦੇਸ਼ ਤੋਂ ਅਪਣਾਈ? ਇੰਗਲੈਂਡ ਤੋਂ। ਇੰਗਲੈਂਡ ਇਜ਼ ਦ ਮਦਰ ਆਫ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਐਕਚੁਅਲੀ। ਅਗਲਾ ਪ੍ਰਸ਼ਨ ਹੈ, ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਕਿੰਨੀ ਤਰ੍ਹਾਂ ਦੀਆਂ ਕਾਰਜਪਾਲਿਕਾਵਾਂ ਪਾਈ ਜਾਂਦੀਆਂ? 2 ਤਰ੍ਹਾਂ ਦੀਆਂ, ਨਾਮ ਮਾਤਰ ਦੀ ਕਾਰਜਪਾਲਿਕਾ ਅਤੇ ਅਸਲੀ ਕਾਰਜਪਾਲਿਕਾ। ਨਾਮ ਮਾਤਰ ਦੀ ਕਾਰਜਪਾਲਿਕਾ ਜਿਵੇਂ ਕਿ ਸਾਡੇ ਦੇਸ਼ 'ਚ ਰਾਸ਼ਟਰਪਤੀ ਹੈ, ਇੰਗਲੈਂਡ ਦੇ ਵਿੱਚ ਕਿੰਗ ਕੁਈਨ ਹਨ, ਅਤੇ ਅਸਲੀ ਕਾਰਜਪਾਲਿਕਾ ਪ੍ਰਧਾਨ ਮੰਤਰੀ, ਇੱਥੇ ਵੀ ਅਤੇ ਇੰਗਲੈਂਡ ਦੇ ਵਿੱਚ ਵੀ। ਅਗਲਾ ਪ੍ਰਸ਼ਨ ਹੈ, ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਕਾਰਜਪਾਲਿਕਾ ਵਿਧਾਨ ਪਾਲਿਕਾ ਪ੍ਰਤੀ ਉੱਤਰਦਾਈ ਹੁੰਦੀ ਹੈ? ਯੈਸ, ਕਿਉਂਕਿ ਕਾਰਜਪਾਲਿਕਾ ਵਿਧਾਨ ਪਾਲਿਕਾ ਵਿੱਚੋਂ ਚੁਣੀ ਜਾਂਦੀ ਹੈ, ਇਸ ਲਈ ਕਾਰਜਪਾਲਿਕਾ ਆਪਣੇ ਸਾਰੇ ਕੰਮਾਂ ਲਈ ਵਿਧਾਨ ਪਾਲਿਕਾ ਦੇ ਪ੍ਰਤੀ ਜ਼ਿੰਮੇਦਾਰ ਹੈ। ਸੰਸਦੀ ਸ਼ਾਸਨ ਪ੍ਰਣਾਲੀ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਇਸ ਨੂੰ ਮੰਤਰੀ ਮੰਡਲ ਦੀ ਸਰਕਾਰ ਕਿਹਾ ਜਾਂਦਾ ਹੈ, ਜ਼ਿੰਮੇਵਾਰ ਸਰਕਾਰ ਕਿਹਾ ਜਾਂਦਾ ਹੈ, ਪ੍ਰਧਾਨ ਮੰਤਰੀ ਦੀ ਸਰਕਾਰ ਕਿਹਾ ਜਾਂਦਾ ਹੈ, ਕੈਬਨਿਟ ਦੀ ਸਰਕਾਰ ਵੀ ਕਿਹਾ ਜਾਂਦਾ ਹੈ, ਕੈਬਨਿਟ ਮੰਤਰੀਆਂ ਦੀ ਸਰਕਾਰ। ਭਾਰਤ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਦੀ 2 ਕਮੀਆਂ ਜਾਂ ਦੋਸ਼ ਲਿਖੋ। ਅਤੇ ਮੰਤਰੀ ਪਰਿਸ਼ਦ ਵਿੱਚ ਸਾਮੂਹਿਕ ਜ਼ਿੰਮੇਵਾਰੀ ਘਾਟ ਹੈ, ਰਾਜਨੀਤਿਕ ਦਲ ਬਦਲੀ ਬਹੁਤ ਹੁੰਦੀ ਹੈ, ਬਹੁਦਲ ਪ੍ਰਣਾਲੀ ਹੈ, ਅਤੇ ਜ਼ਿੰਮੇਦਾਰੀ ਲੈਣ ਨੂੰ ਕੋਈ ਤਿਆਰ ਨਹੀਂ ਹੁੰਦਾ। ਇਹ ਸਾਰੇ ਫੈਕਟਰਸ ਹੈਗੇ। ਅਗਲਾ ਪ੍ਰਸ਼ਨ ਹੈ, ਸੰਸਦੀ ਸ਼ਾਸਨ ਪ੍ਰਣਾਲੀ ਦੀਆਂ 2 ਵਿਸ਼ੇਸ਼ਤਾਵਾਂ ਲਿਖੋ। ਨੰਬਰ 1, ਵਿਧਾਨ ਪਾਲਿਕਾ ਅਤੇ ਕਾਰਜਪਾਲਿਕਾ ਵਿੱਚ ਗੂੜਾ ਸੰਬੰਧ ਹੁੰਦਾ ਹੈ। ਮੰਤਰੀ ਪਰਿਸ਼ਦ ਦੀ ਸਾਮੂਹਿਕ ਜ਼ਿੰਮੇਵਾਰੀ ਹੁੰਦੀ ਹੈ, ਪ੍ਰਧਾਨ ਮੰਤਰੀ ਦੀ ਅਗਵਾਈ ਹੁੰਦੀ ਹੈ। ਇਹ ਦੀਆਂ ਮੁੱਖ ਵਿਸ਼ੇਸ਼ਤਾਵਾਂ। ਇਹ ਸੀ ਪਹਿਲਾ ਚੈਪਟਰ। ਅੱਗੇ ਹੈ ਭਾਰਤੀ ਲੋਕਤੰਤਰ ਦੀਆਂ ਸਮੱਸਿਆਵਾਂ। ਭਾਰਤੀ ਲੋਕਤੰਤਰ ਦੀਆਂ ਸਮੱਸਿਆਵਾਂ। ਜਾਤੀ ਭਾਰਤ ਵਿੱਚ ਸਭ ਤੋਂ ਵੱਡਾ ਰਾਜਨੀਤਿਕ ਦਲ ਹੈ। ਇਹ ਕਿਸ ਦਾ ਕਥਨ ਹੈ? ਸ਼੍ਰੀ ਜੈ ਪ੍ਰਕਾਸ਼ ਨਾਰਾਇਣ ਜੀ ਦਾ। ਅਗਲਾ ਪ੍ਰਸ਼ਨ ਹੈ, ਭਾਰਤ ਵਿੱਚ ਖੇਤਰਵਾਦ ਦੀ ਭਾਵਨਾ ਨੇ ਡੈਸ਼ ਅਤੇ ਡੈਸ਼ ਵਿਚਕਾਰ ਤਣਾਅ ਦੀ ਭਾਵਨਾ ਪੈਦਾ ਕੀਤੀ ਹੈ। ਰਾਜਾਂ ਅਤੇ ਕੇਂਦਰ ਵਿਚਕਾਰ ਤਣਾਅ ਦੀ ਭਾਵਨਾ ਪੈਦਾ ਕੀਤੀ ਹੈ। ਇਹ ਬੇਸਿਕਲੀ ਖੇਤਰਵਾਦ ਕਰਕੇ ਹੀ ਹੈ। ਹਰ ਇੱਕ ਖੇਤਰ ਆਪਣੇ ਵਿਕਾਸ ਕਰਨਾ ਚਾਹੁੰਦਾ ਹੈ ਅਤੇ ਫਿਰ ਕੇਂਦਰ ਨਾਲ ਟੈਂਸ਼ਨ ਬਣ ਜਾਂਦੀ ਹੈ ਉਸ ਰਾਜ ਦੀ। ਭਾਰਤੀ ਸੰਵਿਧਾਨ ਦੀ ਧਾਰਾ 17 ਡੈਸ਼ ਦੇ ਖਾਤਮੇ ਦੀ ਵਿਵਸਥਾ ਕਰਦੀ ਹੈ। ਇਹ ਛੂਆਛਾਤ ਦੇ ਖਾਤਮੇ ਦੀ ਵਿਵਸਥਾ ਕਰਦੀ ਹੈ, ਅਨਟੱਚੇਬਿਲਿਟੀ ਦੇ ਖਾਤਮੇ ਦੀ ਵਿਵਸਥਾ ਕਰਦੀ ਹੈ। ਭਾਰਤ ਵਿੱਚ ਲੋਕਾਂ ਨੂੰ ਮੌਲਿਕ ਅਧਿਕਾਰ ਦਿੱਤੇ ਗਏ ਹਨ। ਇਹ ਸੰਵਿਧਾਨ ਦੇ ਕਿਸ ਭਾਗ ਦੇ ਵਿੱਚ ਦਰਜ ਹਨ? ਇਹ ਸੰਵਿਧਾਨ ਦੇ 3 ਭਾਗ ਦੇ ਵਿੱਚ ਦਰਜ ਹਨ, ਧਾਰਾ 12 ਤੋਂ ਲੈ ਕੇ 35 ਤੱਕ। ਭਾਗ 3। ਅੱਗੇ ਹੈ, ਭਾਰਤ ਇੱਕ ਲੋਕਤੰਤਰੀ ਰਾਜ ਹੈ। ਬਿਲਕੁਲ ਸਹੀ ਹੈ। ਭ੍ਰਿਸ਼ਟਾਚਾਰ ਨੇ ਭਾਰਤ ਦੇ ਲੋਕਤੰਤਰ ਨੂੰ ਪ੍ਰਭਾਵਿਤ ਕੀਤਾ। ਇਹ ਵੀ ਸਹੀ ਹੈ। ਭਾਰਤੀ ਰਾਜਨੀਤੀ ਵਿੱਚ ਅੱਜ ਕੱਲ੍ਹ ਸੋਸ਼ਲ ਮੀਡੀਆ ਵੱਡੀ ਭੂਮਿਕਾ ਨਿਭਾ ਰਹੀ ਹੈ। ਇਹ ਵੀ ਸਹੀ ਹੈ। ਅਸੀਂ ਦੇਖ ਰਹੇ ਹਾਂ ਆਏ ਦਿਨ ਸੋਸ਼ਲ ਮੀਡੀਆ 'ਤੇ ਬਹੁਤ ਗੱਲਾਂ ਉਛਲਦੀਆਂ ਨੇ, ਜਿਸ ਕਰਕੇ ਬਹੁਤ ਤਣਾਅ ਦਾ ਸਿਚੁਏਸ਼ਨ ਵੀ ਬਣਿਆ ਰਹਿੰਦਾ। ਭਾਰਤ ਇੱਕ ਧਰਮ ਆਧਾਰਿਤ ਰਾਜ ਹੈ। ਗਲਤ ਹੈ। ਭਾਰਤ ਸੰਵਿਧਾਨਕ ਤੌਰ 'ਤੇ ਇੱਕ ਧਰਮ ਨਿਰਪੱਖ ਰਾਜ ਹੈ। ਗਰੀਬ, ਅਨਪੜ੍ਹਤਾ ਅਤੇ ਬੇਰੁਜ਼ਗਾਰੀ ਦਾ ਭਾਰਤੀ ਲੋਕਤੰਤਰ 'ਤੇ ਕੋਈ ਪ੍ਰਭਾਵ ਨਹੀਂ ਹੈ। ਗਲਤ ਹੈ। ਬਹੁਤ ਜ਼ਿਆਦਾ ਪ੍ਰਭਾਵ ਹੈ। ਲੋਕ ਵੋਟ ਵੀ ਪਾਉਣ ਨਹੀਂ ਜਾਂਦੇ ਸਹੀ ਤਰੀਕੇ ਨਾਲ, ਪੈਸੇ ਲੈ ਕੇ ਵੋਟ ਪਾ ਦਿੰਦੇ ਨੇ, ਦਾਰੂ ਲੈ ਕੇ ਵੋਟ ਪਾ ਦਿੰਦੇ ਨੇ। ਭਾਰਤੀ ਲੋਕਤੰਤਰ ਨੂੰ ਜਾਤੀਵਾਦ ਕਿਵੇਂ ਪ੍ਰਭਾਵਿਤ ਕਰਦਾ ਹੈ? ਅਤੇ ਸਭ ਤੋਂ ਪਹਿਲਾਂ ਤਾਂ ਜਾਤ ਦੇ ਆਧਾਰ 'ਤੇ ਲੋਕ ਵੱਖ ਵੱਖ ਸਮੂਹਾਂ ਵਿੱਚ ਵੰਡੇ ਗਏ ਹਨ। ਉੱਚੀ ਜਾਤ ਅਤੇ ਨੀਵੀਂ ਜਾਤ ਦੇ ਲੋਕਾਂ ਨੂੰ ਨਫ਼ਰਤ ਕਰਦੇ ਹਨ। ਜਾਤ ਦੇ ਨਾਂ 'ਤੇ ਪਾਰਟੀ ਪੋਲੀਟਿਕਸ ਹੁੰਦੀ ਹੈ। ਜਾਤ ਦੇ ਨਾਂ 'ਤੇ ਪਾਰਟੀਆਂ ਬਣੀਆਂ ਹੋਈਆਂ, ਜਾਤ ਦੇ ਨਾਂ 'ਤੇ ਵੋਟਾਂ ਪੈਂਦੀਆਂ ਹਨ, ਜਾਤ ਦੇ ਨਾਂ 'ਤੇ ਅਲੱਗ ਅਲੱਗ ਸਮੂਹ ਬਣੇ ਹੋਏ ਹਨ ਅਤੇ ਡਿਸਕ੍ਰਿਮੀਨੇਟਰੀ ਪ੍ਰਥਾਵਾਂ ਚੱਲੀਆਂ ਹੋਈਆਂ ਹਨ। ਭਾਰਤ ਵਿੱਚ ਜਾਤ ਦੇ ਆਧਾਰ 'ਤੇ ਬਣੇ 2 ਰਾਜਨੀਤਿਕ ਦਲਾਂ ਦੇ ਨਾਂ ਲਿਖੋ। ਬਹੁਜਨ ਸਮਾਜ ਪਾਰਟੀ DMK ਅਤੇ DMK। ਕਈ ਲੋਕ ਭਾਰਤੀ ਜਨਤਾ ਪਾਰਟੀ ਨੂੰ ਵੀ ਅਪਰ ਕਾਸਟ ਹਿੰਦੂ ਪਾਰਟੀ ਮੰਨਦੀ ਹੈ। ਇਸ ਤੋਂ ਇਲਾਵਾ ਧਰਮ ਦੇ ਆਧਾਰ 'ਤੇ ਵੀ ਕਈ ਪਾਰਟੀਆਂ ਬਣੀਆਂ ਸਾਡੇ ਦੇਸ਼ 'ਚ। ਅੱਗੇ ਚੱਲਦੇ ਹਾਂ। ਸੰਪਰਦਾਇਕਤਾ ਲੋਕਤੰਤਰ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ?
ਤੇ ਧਰਮ ਦੇ ਆਧਾਰ ਤੇ ਲੋਕ ਵੱਖ-ਵੱਖ ਸਮੂਹਾਂ ਵਿੱਚ ਵੰਡੇ ਜਾਂਦੇ ਹਨ ਅਤੇ ਧਰਮ ਦੇ ਆਧਾਰ ਤੇ ਫਿਰਕੂ ਦੰਗੇ ਹੁੰਦੇ ਹਨ। ਚਲੋ, ਤੇ ਇਹ ਸਨ ਸੈਕੰਡ ਚੈਪਟਰ ਬੀ ਪਾर्ट ਤੋਂ। आइए हम थर्ड चैप्टर करते हैं बी पार्ट तो, पंचायती राज प्रणाली। पंचायती राज प्रणाली ਹੇਠਲੇ ਪੱਧਰ ਤੇ ਲੋਕਤੰਤਰ ਦੀ ਪਹਿਲੀ ਇਕਾਈ ਕਿਹੜੀ ਹੈ? ਸਭ ਤੋਂ ਪਹਿਲੀ ਇਕਾਈ ਗ੍ਰਾਮ ਸਭਾ ਹੈ। ਇਸ ਦੇ ਨਾਲ ਗ੍ਰਾਮ ਪੰਚਾਇਤ, ਗ੍ਰਾਮ ਸਭਾ, ਗ੍ਰਾਮ ਪੰਚਾਇਤ ਦੀ ਚੋਣ ਕਰ ਦਿਓ। ਅਗਰ ਤਿੰਨ ਪੱਧਰੀ ਪੰਚਾਇਤੀ ਰਾਜ ਪ੍ਰਣਾਲੀ ਦੀ ਗੱਲ ਕਰਦੇ ਹਾਂ ਤੇ ਸਭ ਤੋਂ ਛੋਟੀ ਇਕਾਈ ਦੇ ਵਿੱਚ ਗ੍ਰਾਮ ਪੰਚਾਇਤ ਆਏਗਾ, ਫਿਰ ਪੰਚਾਇਤ ਸਮਿਤੀ ਤੇ ਫਿਰ ਜ਼ਿਲ੍ਹਾ ਪਰਿਸ਼ਦ। ਪਰ ਗ੍ਰਾਮ ਪੰਚਾਇਤ ਤੇ ਗ੍ਰਾਮ ਸਭਾ ਇਕੱਠੇ ਆਪਾਂ ਕਹਿੰਦੇ ਕਈ ਵਾਰੀ, ਕਿਉਂਕਿ ਗ੍ਰਾਮ ਸਭਾ ਨੇ ਹੀ, ਇਸ ਨੇ ਹੀ ਗ੍ਰਾਮ ਪੰਚਾਇਤ ਦੀ ਚੋਣ ਕਰਨੀ ਹੈ, ਗ੍ਰਾਮ ਪੰਚਾਇਤ ਦੀ ਚੋਣ ਕਰਨੀ ਹੈ। ਭਾਰਤੀ ਸੰਵਿਧਾਨ ਦੀ ਕਿਸ ਸ਼ੋਧ ਰਾਹੀਂ ਪੰਚਾਇਤੀ ਰਾਜ ਪ੍ਰਣਾਲੀ ਦੀ ਵਿਵਸਥਾ ਕੀਤੀ ਗਈ ਹੈ? 73ਵੀਂ ਸ਼ੋਧ ਰਾਹੀਂ, ਜੋ ਕਿ 1993 'ਚ ਹੋਈ ਸੀ। ਅੱਗੇ ਪੰਚਾਇਤੀ ਰਾਜ ਦੀ ਵਿਧਾਨ ਸਭਾ ਕਿਹੜੀ ਹੈ? ਪੰਚਾਇਤੀ ਰਾਜ ਦੀ ਵਿਧਾਨ ਸਭਾ ਕਿਹੜੀ ਹੈ? ਇਹਨਾਂ ਵਿੱਚੋਂ ਗ੍ਰਾਮ ਪੰਚਾਇਤ ਨਹੀਂ, ਇਹ ਤਾਂ ਕਾਰਜਪਾਲਿਕਾ ਹੈ। ਗ੍ਰਾਮ ਸਭਾ ਯਸ, ਇਹ ਹੈ ਜ਼ਿਲ੍ਹਾ ਪਰਿਸ਼ਦ ਤੇ ਜ਼ਿਲ੍ਹਾ ਲੈਵਲ 'ਤੇ ਹੁੰਦਾ ਹੈ। ਅੱਗੇ ਹੈ ਭਾਰਤੀ ਵਿਧਾਨ ਸਭਾ। ਇਸ ਨੂੰ ਯਾਦ ਰੱਖਣਾ, ਪੰਚਾਇਤੀ ਰਾਜ ਦੀ ਦਾ ਸੰਸਦ ਵੀ ਗ੍ਰਾਮ ਸਭਾ ਨੂੰ ਕਿਹਾ ਜਾਂਦਾ ਹੈ। ਭਾਰਤੀ ਸੰਵਿਧਾਨ ਦੀ ਕਿਸ ਅਨੁਸੂਚੀ ਵਿੱਚ ਪੰਚਾਇਤੀ ਰਾਜ ਸੰਬੰਧੀ ਵਿਵਸਥਾ ਕੀਤੀਆਂ ਗਈਆਂ? ਅਨੁਸੂਚੀ ਮਤਲਬ ਸ਼ੈਡਿਊਲ, 11ਵੇਂ ਸ਼ੈਡਿਊਲ ਜਿਸ ਦੀ ਵਿਵਸਥਾ ਕੀਤੀ ਗਈ ਹੈ ਸੰਵਿਧਾਨ ਦੇ ਭਾਗ 9ਵੇਂ 'ਚ। ਪੰਜਾਬ ਪੰਚਾਇਤੀ ਰਾਜ ਐਕਟ ਕਦੋਂ ਲਾਗੂ ਹੋਇਆ? 1994 'ਚ। ਐਗਜ਼ੈਕਟਲੀ ਮੇਰੇ ਖਿਆਲ 24 ਅਪ੍ਰੈਲ 1994 'ਚ। ਦੇਖ ਲੈਣਾ ਇੱਕ ਵਾਰੀ, ਤੁਸੀਂ ਮੈਚ ਕਰ ਲੈਣਾ ਕਿ 24 ਅਪ੍ਰੈਲ 1994 ਹੀ ਹੈ ਕਿ ਨਹੀਂ। ਅੱਗੇ ਹੈ ਜਾਂ 1 ਅਪ੍ਰੈਲ ਹੈ, ਇਹ ਵੀ ਚੈੱਕ ਕਰ ਲੈਣਾ। ਇਹ ਕਮੈਂਟ ਕਰਕੇ ਤੁਸੀਂ ਦੱਸਣਾ ਮੈਨੂੰ ਕਮੈਂਟ ਸੈਗਮੈਂਟ 'ਚ। ਗ੍ਰਾਮ ਪੰਚਾਇਤ ਦਾ ਮੁਖੀ ਕੌਣ ਹੁੰਦਾ? ਸਰਪੰਚ ਹੁੰਦਾ। ਪੰਚਾਇਤੀ ਰਾਜ ਨੂੰ ਸਥਾਨਕ ਲੋਕਤੰਤਰ ਨਹੀਂ ਕਿਹਾ ਜਾ ਸਕਦਾ, ਇਹ ਗਲਤ ਹੈ। ਉਹਨਾਂ ਨੂੰ ਸਥਾਨਕ ਲੋਕਤੰਤਰ ਕਿਹਾ ਜਾਂਦਾ ਹੈ। ਪੰਜਾਬ ਵਿੱਚ ਗ੍ਰਾਮ ਪੰਚਾਇਤ ਵਿੱਚ ਇਸਤਰੀਆਂ ਲਈ ਕਿੰਨੀਆਂ ਸੀਟਾਂ ਰਾਖਵੀਆਂ ਰੱਖੇ ਜਾਣ ਦੀ ਵਿਵਸਥਾ ਕੀਤੀ ਹੈ? 50%, ਪੂਰੇ 50%। ਬਲਾਕ ਸਮਿਤੀ ਦਾ ਕਾਰਜ ਸਾਧਕ ਅਧਿਕਾਰੀ ਕੌਣ ਹੁੰਦਾ ਹੈ? ਬਲਾਕ ਡਿਵੈਲਪਮੈਂਟ ਅਫਸਰ ਹੁੰਦਾ, ਜਿਸ ਨੂੰ ਆਪਾਂ BDO ਕਹਿੰਦੇ ਹਾਂ। BDO ਜਾਂ BDPO, ਬਲਾਕ ਡਿਵੈਲਪਮੈਂਟ ਐਂਡ ਪੰਚਾਇਤ ਅਫਸਰ। ਪੰਚਾਇਤੀ ਰਾਜ ਸੰਬੰਧੀ 73ਵੀਂ ਸੰਵਿਧਾਨਕ ਸੋਧ ਕਦੋਂ ਲਾਗੂ ਹੋਈ ਸੀ? 1993 ਦੇ ਵਿੱਚ। ਗ੍ਰਾਮ ਸਭਾ ਤੋਂ ਕੀ ਭਾਵ ਹੈ? ਗ੍ਰਾਮ ਸਭਾ ਤੋਂ ਭਾਵ ਪਿੰਡ ਦੇ ਵੋਟਰਾਂ ਦੇ ਸਮੂਹ ਹੈ ਜਿਨ੍ਹਾਂ ਦਾ ਨਾਮ ਵੋਟਰ ਸੂਚੀ ਵਿੱਚ ਦਰਜ ਹੁੰਦਾ ਹੈ ਅਤੇ ਗ੍ਰਾਮ ਸਭਾ ਦਾ ਮੈਂਬਰ ਮਿਲ ਕੇ ਗ੍ਰਾਮ ਪੰਚਾਇਤ ਦੀ ਚੋਣ ਕਰਦੇ ਹਨ। ਜ਼ਿਲ੍ਹਾ ਪਰਿਸ਼ਦ ਦਾ ਕਾਰਜ ਸਾਧਕ ਅਧਿਕਾਰੀ ਕੌਣ ਹੁੰਦਾ ਹੈ? ਐਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ ਮਤਲਬ ਡਿਵੈਲਪਮੈਂਟ, ਇਹ ਪੋਜੀਸ਼ਨ ਹੈ ADC ਡਿਵੈਲਪਮੈਂਟ। ਸਰਪੰਚ ਦੇ 2 ਕੰਮ ਲਿਖੋ। ਸਰਪੰਚ ਗ੍ਰਾਮ ਪੰਚਾਇਤ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰਦਾ ਹੈ। ਸਰਪੰਚ ਗ੍ਰਾਮ ਪੰਚਾਇਤ ਦਾ ਸਾਰਾ ਰਿਕਾਰਡ ਸੰਭਾਲ ਕੇ ਰੱਖਦਾ ਹੈ। ਅਗਲਾ ਪ੍ਰਸ਼ਨ ਹੈ, ਭਾਰਤ ਵਿੱਚ ਪੰਚਾਇਤੀ ਰਾਜ ਸੰਬੰਧੀ ਵਿਵਸਥਾ ਕਿਸ ਕਮੇਟੀ ਦੀ ਸਿਫਾਰਿਸ਼ਾਂ 'ਤੇ ਕੀਤੀ ਗਈ ਹੈ? ਬਲਵੰਤ ਰਾਏ ਮਹਿਤਾ ਕਮੇਟੀ ਦੀ ਸਿਫਾਰਿਸ਼ਾਂ 'ਤੇ ਕੀਤੀ ਗਈ। ਠੀਕ ਹੈ, ਬਲਵੰਤ ਰਾਏ ਮਹਿਤਾ ਕਮੇਟੀ, ਜਾਂ ਇਸ ਨੂੰ ਮਹਿਤਾ ਕਮੇਟੀ ਵੀ ਕਿਹਾ ਜਾਂਦਾ ਹੈ। ਗ੍ਰਾਮ ਪੰਚਾਇਤ ਵਿੱਚ ਕਿੰਨੇ ਤੋਂ ਕਿੰਨੇ ਤੱਕ ਪੰਚ ਹੋ ਸਕਦੇ ਹਨ? ਗ੍ਰਾਮ ਪੰਚਾਇਤ ਤੋਂ ਵਿੱਚ ਘੱਟ ਤੋਂ ਘੱਟ 5 ਤੇ ਵੱਧ ਤੋਂ ਵੱਧ 13 ਪੰਚ ਹੋ ਸਕਦੇ ਹਨ। ਭਾਰਤ ਵਿੱਚ ਪੰਚਾਇਤੀ ਰਾਜ ਦੀ ਬਣਤਰ ਲਿਖੋ। तो ग्राम पंचायत, पंचायत समिति या ब्लॉक समिति, जिला परिषद, 3 पदरी है। हेठ ग्राम पंचायत, फिर ब्लॉक समिति या पंचायत समिति, फिर जिला परिषद। 3 पदरी हो गया, 1 पदर, 2 पदर तो 3 पदर, राइट। 3 टीयर सिस्टम, 3 टीयर सिस्टम। तो ये सन तुहाडे रिवीजन के सवाल। बाकी पेपर तो बाद करांगे अगले पेपर लिए। और मेरे वालों तुहानूं बेस्ट विशेस है, सारे टीचर वालों बेस्ट विशेस है। वधिया तैयारी करो, वधिया पेपर पाओ। गुड लक।